हेलो स्टूडेंट्स, हम सुखविंदर कौर फ्रॉम डिपार्टमेंट ऑफ इकोनॉमिक्स GGTST कॉलेज हरियाणा हुशियारपुर। ਅੱਜ ਅਸੀਂ ਟੌਪਿਕ ਕਰਨਾ ਟਰਮਸ ਆਫ ਟ੍ਰੇਡ ਨੂੰ ਕੰਟੀਨਿਊ ਕਰਨਾ ਹੈ। ਟਰਮਸ ਆਫ ਟ੍ਰੇਡ ਟੌਪਿਕ ਆਪਾਂ ਲਾਸਟ ਲੈਕਚਰ ਦੇ ਵਿੱਚ ਸ਼ੁਰੂ ਕੀਤਾ ਸੀ। ਅੱਜ ਅਸੀਂ ਉਸ ਟੌਪਿਕ ਨੂੰ ਕੰਟੀਨਿਊ ਕਰਾਂਗੇ ਔਰ ਇਹਦੇ ਵਿੱਚ ਅੱਜ ਆਪਾਂ ਕਰਾਂਗੇ ਪਹਿਲਾ ਜਿਹੜਾ ਪਾਰਟ ਅੱਜ ਕਰਨਾ ਫੈਕਟਰਸ ਇਨਫਲੂਐਂਸਿੰਗ ਟਰਮਸ ਆਫ ਟ੍ਰੇਡ। ਟਰਮਸ ਆਫ ਟ੍ਰੇਡ ਨੂੰ ਵਪਾਰ ਦੀਆਂ ਸ਼ਰਤਾਂ ਉਹ ਕੰਡੀਸ਼ਨਸ ਜਿਨ੍ਹਾਂ ਦੇ ਬੇਸ ਦੇ ਉੱਤੇ ਤੁਸੀਂ ਇੰਟਰਨੈਸ਼ਨਲ ਟ੍ਰੇਡ ਕਰਦੇ ਹੋ, ਜਿਨ੍ਹਾਂ ਦੇ ਬੇਸ 'ਤੇ ਤੁਸੀਂ ਇੰਪੋਰਟ ਐਕਸਪੋਰਟ ਕਰਦੇ ਹੋ ਦੂਸਰੇ ਦੇਸ਼ਾਂ ਦੇ ਨਾਲ, ਉਹ ਸ਼ਰਤਾਂ ਨੂੰ ਕਿਹੜੇ ਫੈਕਟਰਸ ਇਫੈਕਟ ਕਰਦੇ ਆ, ਉਹ ਕੰਡੀਸ਼ਨਸ ਨੂੰ ਕਿਹੜੇ ਫੈਕਟਰਸ ਇਫੈਕਟ ਕਰਦੇ ਆ। ਅਤੇ ਕਿਉਂਕਿ ਜਿਹੜੀਆਂ ਟਰਮਸ ਆਫ ਟ੍ਰੇਡ ਹੁੰਦੀਆਂ ਉਹ ਫੇਵਰੇਬਲ ਜਾਂ ਅਨਫੇਵਰੇਬਲ ਹੋ ਸਕਦੀਆਂ, ਪਰ ਉਹ ਹਮੇਸ਼ਾ ਇੱਕ ਹੀ ਤਰ੍ਹਾਂ ਦੀਆਂ ਨਹੀਂ ਰਹਿੰਦੀਆਂ। ਕਈ ਵਾਰ ਉਹ ਤੁਹਾਡੀਆਂ ਫੇਵਰੇਬਲ ਹੁੰਦੀਆਂ ਜਦੋਂ ਤੁਹਾਡੇ ਇੰਪੋਰਟਸ ਦੀ ਵੈਲਿਊ ਜਿਹੜੀ ਆ ਉਹ ਘੱਟ ਹੋਵੇ ਅਤੇ ਐਕਸਪੋਰਟਸ ਦੀ ਵੈਲਿਊ ਜ਼ਿਆਦਾ ਹੋਵੇ। ਪਰ ਜਦੋਂ ਐਕਸਪੋਰਟਸ ਦੀ ਵੈਲਿਊ ਘੱਟ ਕੇ ਇੰਪੋਰਟਸ ਦੀ ਵੈਲਿਊ ਵੱਧ ਜਾਏਗੀ ਤਾਂ ਉਹ ਅਨਫੇਵਰੇਬਲ ਹੋ ਜਾਣਗੀਆਂ। ਅਤੇ ਇਹ ਫੇਵਰੇਬਲ ਤੋਂ ਅਨਫੇਵਰੇਬਲ, ਫਿਰ ਅਨਫੇਵਰੇਬਲ ਤੋਂ ਫੇਵਰੇਬਲ ਦੇ ਵਿੱਚ ਸ਼ਿਫਟ ਜਿਹੜੀ ਹੈਗੀ ਆ ਟਰਮਸ ਆਫ ਟ੍ਰੇਡ ਦੀ, ਇਹਨੂੰ ਕਿਹੜੇ ਫੈਕਟਰਸ ਇਫੈਕਟ ਕਰਦੇ ਆ ਉਹ ਕਰਾਂਗੇ ਅੱਜ। ਸਭ ਤੋਂ ਪਹਿਲਾਂ ਜਿਹੜਾ ਫੈਕਟਰ ਹੈਗਾ ਰੈਸੀਪ੍ਰੋਕਲ ਡਿਮਾਂਡ, ਅਨਵਰਤੀ ਮੰਗ ਇਹਨੂੰ ਕਿਹਾ ਜਾਂਦਾ ਵਾ। ਇਹਦੇ ਵਿੱਚ ਇਹ ਜਿਹੜਾ ਪੁਆਇੰਟ ਹੈ ਸਾਨੂੰ JS ਮਿਲ, ਪ੍ਰੋਫੈਸਰ JS ਮਿਲ ਨੇ ਐਕਸਪਲੇਨ ਕੀਤਾ। ਉਹ ਕਹਿੰਦੇ ਕਿ ਜਿਹੜੀ ਰੈਸੀਪ੍ਰੋਕਲ ਡਿਮਾਂਡ ਆ ਉਹ ਟਰਮਸ ਆਫ ਟ੍ਰੇਡ ਨੂੰ ਸਭ ਤੋਂ ਜ਼ਿਆਦਾ ਇਫੈਕਟ ਕਰਦੀ ਹੈ ਔਰ ਇਹਦੇ ਵਿੱਚ ਵੀ ਇਲਾਸਟਿਸਿਟੀ ਆਫ ਡਿਮਾਂਡ ਅਤੇ ਇਲਾਸਟਿਸਿਟੀ ਆਫ ਸਪਲਾਈ, ਮੰਗ ਦੀ ਲੋਚ ਅਤੇ ਪੂਰਤੀ ਦੀ ਲੋਚ ਇਫੈਕਟ ਕਰਦੇ ਆ। ਸਭ ਤੋਂ ਪਹਿਲਾਂ ਉਹਨਾਂ ਨੇ ਇਲਾਸਟਿਸਿਟੀ ਆਫ ਡਿਮਾਂਡ ਦੀ ਗੱਲ ਕੀਤੀ ਆ। ਉਹ ਕਹਿੰਦੇ ਆ ਕਿ ਅਦਰ ਥਿੰਗਸ ਰਿਮੇਨਿੰਗ ਦਾ ਸੇਮ, ਬਾਕੀ ਗੱਲਾਂ ਸਮਾਨ ਰਹਿਣ 'ਤੇ ਬਾਕੀ ਸਾਰਾ ਕੁਛ ਜਿਹੜੇ ਫੈਕਟਰਸ ਇਫੈਕਟ ਕਰਦੇ ਆ ਟਰਮਸ ਆਫ ਟ੍ਰੇਡ ਨੂੰ, ਇੰਪੋਰਟ ਐਕਸਪੋਰਟ ਨੂੰ, ਉਹ ਸਾਰੇ ਕੌਂਸਟੈਂਟ ਰਹਿਣ ਤਾਂ ਜੇ ਐਕਸਪੋਰਟਸ ਦੀ ਜਿਹੜੀ ਇਲਾਸਟਿਸਿਟੀ ਘੱਟ ਹੋਏਗੀ ਤਾਂ ਉਹ ਸ਼ਰਤਾਂ ਟਰਮਸ ਆਫ ਟ੍ਰੇਡ ਤੁਹਾਡੇ ਫੇਵਰੇਬਲ ਹੋਣਗੀਆਂ। ਅਤੇ ਦੂਸਰੀ ਸਾਈਡ ਜੇ ਇੰਪੋਰਟਸ ਦੀ ਇਲਾਸਟਿਸਿਟੀ ਵੱਧ ਹੋਏਗੀ ਤਾਂ ਸ਼ਰਤਾਂ ਤੁਹਾਡੇ ਫੇਵਰੇਬਲ ਹੋਣਗੀਆਂ। ਮਤਲਬ ਐਕਸਪੋਰਟਸ ਦੀ ਜਿਹੜੀ ਇਲਾਸਟਿਸਿਟੀ ਘੱਟ, ਇੰਪੋਰਟਸ ਦੀ ਇਲਾਸਟਿਸਿਟੀ ਜੇ ਜ਼ਿਆਦਾ ਹੋਵੇ, ਇਲਾਸਟਿਸਿਟੀ ਆਫ ਡਿਮਾਂਡ ਜ਼ਿਆਦਾ ਹੋਵੇ ਤਾਂ ਤੁਹਾਡੀ ਜਿਹੜੀ ਟਰਮਸ ਆਫ ਟ੍ਰੇਡਸ ਜਿਹੜੀਆਂ ਹੈਗੀਆਂ ਉਹ ਫੇਵਰੇਬਲ ਹੋਣਗੀਆਂ, ਅਦਰਵਾਈਜ਼ ਉਹ ਅਨਫੇਵਰੇਬਲ ਹੋਣਗੀਆਂ। ਅਤੇ ਇਲਾਸਟਿਸਿਟੀ ਆਫ ਡਿਮਾਂਡ ਦੇ ਵਿੱਚ ਵੀ ਉਹਨਾਂ ਨੇ ਕਿਹਾ ਸੀਗਾ ਕਿ ਜੇ ਇਲਾਸਟਿਸਿਟੀ ਆਫ ਸਪਲਾਈ ਹੈ ਜਿਹੜੀ ਉਹ ਐਕਸਪੋਰਟਸ ਜਿਹੜੇ ਤੁਸੀਂ ਕਰਦੇ ਪਏ ਹੋ ਉਹਨਾਂ ਦੀ ਘੱਟ ਅਤੇ ਇੰਪੋਰਟਸ ਦੀ ਜਿਹੜੀ ਆ ਉਹ ਜ਼ਿਆਦਾ ਹੋਏਗੀ ਤਾਂ ਉਹ ਤੁਹਾਡੇ ਫੇਵਰੇਬਲ ਹੋਣਗੀਆਂ। ਉਸ ਤੋਂ ਬਾਅਦ ਨੈਕਸਟ ਪੁਆਇੰਟ ਹੈ ਜਿਹੜਾ ਉਹ ਹੈਗਾ ਸਾਈਜ਼ ਆਫ ਡਿਮਾਂਡ, ਮੰਗ ਤੁਹਾਡੀ ਕਿੰਨੀ ਹੁੰਦੀ ਪਈ ਹੈ। ਅਦਰ ਥਿੰਗਸ ਰਿਮੇਨਿੰਗ ਦਾ ਸੇਮ, ਜੇਕਰ ਕਿਸੇ ਦੇਸ਼ ਦੇ ਐਕਸਪੋਰਟਸ ਦੀ ਮੰਗ ਜ਼ਿਆਦਾ ਹੁੰਦੀ ਪਈ ਆ ਤਾਂ ਬਿਨਾਂ ਸ਼ੱਕ ਜਿਹਦੀ ਡਿਮਾਂਡ ਜ਼ਿਆਦਾ ਹੋਏਗੀ ਉਹਦਾ ਪ੍ਰਾਈਸ ਵਧੇਗਾ, ਪ੍ਰਾਈਸ ਵਧੇਗਾ ਤਾਂ ਜਿਹੜਾ ਤੁਹਾਡਾ ਟਰਮਸ ਆਫ ਟ੍ਰੇਡ ਆ ਫੇਵਰੇਬਲ ਹੋ ਜਾਏਗਾ। ਮਤਲਬ ਜੇ ਤੁਹਾਨੂੰ ਸਾਈਜ਼ ਜ਼ਿਆਦਾ ਵੱਡਾ ਮਿਲ ਗਿਆ ਮਾਰਕੀਟ ਦਾ ਤਾਂ ਤੁਹਾਡੀਆਂ ਜਿਹੜੀਆਂ ਟਰਮਸ ਆਫ ਟ੍ਰੇਡ ਆ ਉਹ ਫੇਵਰੇਬਲ ਹੋਣ ਦੇ ਚਾਂਸਸ ਆ। ਉਸ ਤੋਂ ਬਾਅਦ ਅਵੇਲੇਬਿਲਿਟੀ ਆਫ ਸਬਸਟੀਟਿਊਟ, ਜੇ ਸਬਸਟੀਟਿਊਟਸ ਜਿਹੜੇ ਪ੍ਰੋਡਕਟ ਤੁਸੀਂ ਐਕਸਪੋਰਟ ਕਰਦੇ ਪਏ ਹੋ ਉਹਨਾਂ ਦੀ ਜ਼ਿਆਦਾ ਆਸਾਨੀ ਨਾਲ ਅਵੇਲੇਬਲ ਹੋਣਗੇ ਤਾਂ ਜਿਹੜੀਆਂ ਵਪਾਰ ਦੀਆਂ ਸ਼ਰਤਾਂ ਆ ਉਹ ਫੇਵਰੇਬਲ ਹੋ ਜਾਣਗੀਆਂ। ਲੋਕਾਂ ਦੇ ਟੇਸਟ ਐਂਡ ਪ੍ਰੈਫਰੈਂਸਸ ਜਿਹੜੇ ਹੈਗੇ ਆ, ਜੇ ਉਹ ਤੁਹਾਡੇ ਪ੍ਰੋਡਕਟਸ ਨੂੰ ਤਰਜੀਹ ਦਿੰਦੇ ਪਏ ਆ, ਪ੍ਰੈਫਰੈਂਸ ਦਿੰਦੇ ਪਏ ਆ ਤਾਂ ਵਧੇਰੇ ਰੁਚੀ ਲੈਂਦੇ ਪਏ ਆ ਲੋਕ ਤੁਹਾਡੇ ਪ੍ਰੋਡਕਟਸ ਦੇ ਵਿੱਚ। ਮਤਲਬ ਜਦੋਂ ਤੁਸੀਂ ਇੰਪੋਰਟ ਕਰਦੇ ਹੋ, ਜੇ ਇੰਪੋਰਟ ਵਾਲੇ ਪ੍ਰੋਡਕਟਸ ਦੇ ਵਿੱਚ ਲੋਕ ਜ਼ਿਆਦਾ ਰੁਚੀ ਲੈਂਦੇ ਪਏ ਆ ਅਤੇ ਵਪਾਰ ਦੀਆਂ ਸ਼ਰਤਾਂ ਅਨਫੇਵਰੇਬਲ ਹੋ ਜਾਣਗੀਆਂ। ਜੇ ਦੂਸਰੇ ਦੇਸ਼ਾਂ ਦੇ ਲੋਕ ਸਾਡੇ ਪ੍ਰੋਡਕਟਸ ਦੇ ਵਿੱਚ ਰੁਚੀ ਲੈਂਦੇ ਪਏ ਆ ਤਾਂ ਸ਼ਰਤਾਂ ਫੇਵਰੇਬਲ ਹੋ ਜਾਣਗੀਆਂ। ਉਸ ਤੋਂ ਬਾਅਦ ਪਾਪੂਲੇਸ਼ਨ ਦਾ ਸਾਈਜ਼ ਵੀ ਹੈ, ਜੇ ਪਾਪੂਲੇਸ਼ਨ ਦਾ ਸਾਈਜ਼ ਵੱਡਾ ਹੋਏਗਾ ਤਾਂ ਬਿਨਾਂ ਸ਼ੱਕ ਸਾਡੇ ਇੰਪੋਰਟਸ ਜ਼ਿਆਦਾ ਹੋਣਗੇ, ਸਾਡੀਆਂ ਲੋੜਾਂ ਜ਼ਿਆਦਾ ਹੋਣਗੀਆਂ ਅਤੇ ਸ਼ਰਤਾਂ ਅਨਫੇਵਰੇਬਲ ਹੋ ਜਾਣਗੀਆਂ। ਉਸ ਤੋਂ ਬਾਅਦ ਚੇਂਜ ਇਨ ਦੀ ਫੈਕਟਰ ਐਨਵਾਇਰਨਮੈਂਟ ਐਂਡ ਟੈਕਨੋਲੋਜੀ, ਉਤਪਾਦਨ ਸਾਧਨਾਂ ਦੀ ਪ੍ਰਾਪਤੀ ਵੱਧ ਜਾਣ ਦੇ ਕਰਕੇ ਅਤੇ ਉਤਪਾਦਨ ਦੀ ਤਕਨੀਕ ਦੀ ਵਰਤੋਂ ਦੇ ਫਲਸਰੂਪ ਵੀ ਨਿਰਯਾਤਾਂ ਵਿੱਚ ਆਯਾਤਾਂ ਦੀ ਤੁਲਨਾ ਦੇ ਵਿੱਚ, ਮਤਲਬ ਐਕਸਪੋਰਟਸ ਦੇ ਵਿੱਚ ਇੰਪੋਰਟਸ ਦੀ ਤੁਲਨਾ ਦੇ ਵਿੱਚ ਜ਼ਿਆਦਾ ਵਾਧਾ ਹੋ ਜਾਏਗਾ ਤਾਂ ਜਿਹੜੀਆਂ ਸ਼ਰਤਾਂ ਆ ਉਹ ਤੁਹਾਡੀਆਂ ਫੇਵਰੇਬਲ ਹੋ ਸਕਦੀਆਂ, ਅਦਰਵਾਈਜ਼ ਇਹ ਅਨਫੇਵਰੇਬਲ ਹੋਣਗੀਆਂ। ਅਤੇ ਨੈਕਸਟ ਹੈਗਾ ਡੀਵੈਲੂਏਸ਼ਨ, ਜੇ ਤੁਸੀਂ ਆਪਣੀ ਕਰੰਸੀ ਦੀ ਵੈਲਿਊ ਨੂੰ ਘਟਾ ਦਿੰਦੇ ਆ ਤਾਂ ਵੀ ਸ਼ਰਤਾਂ ਜਿਹੜੀਆਂ ਤੁਹਾਡੀਆਂ ਉਹ ਅਨਫੇਵਰੇਬਲ ਹੋ ਜਾਣਗੀਆਂ। ਉਸ ਤੋਂ ਬਾਅਦ ਇਫੈਕਟਸ ਆਫ ਇਕਨੋਮਿਕ ਡਿਵੈਲਪਮੈਂਟ ਔਨ ਟਰਮਸ ਆਫ ਟ੍ਰੇਡ, ਜੇ ਤੁਹਾਡੀ ਇਕਨੋਮਿਕ ਡਿਵੈਲਪਮੈਂਟ ਹੁੰਦੀ ਪਈ ਹੈ ਅਤੇ ਤੁਹਾਡੀ ਪਰ ਕੈਪੀਟਲ ਇਨਕਮ ਜ਼ਿਆਦਾ ਹੋਏਗੀ, ਪਰ ਕੈਪੀਟਲ ਇਨਕਮ ਜ਼ਿਆਦਾ ਹੋਏਗੀ ਤਾਂ ਤੁਸੀਂ ਇੰਪੋਰਟ ਜ਼ਿਆਦਾ ਕਰੋਗੇ ਅਤੇ ਉਹਦੇ ਨਾਲ ਵੀ ਤੁਹਾਡੀ ਜਿਹੜੀ ਇੰਪੋਰਟ ਜ਼ਿਆਦਾ ਹੋਣ ਦੇ ਕਰਕੇ ਤੁਹਾਡੇ ਐਕਸਪੋਰਟਸ ਘੱਟ ਹੋਣਗੇ ਅਤੇ ਉਹਦੇ ਨਾਲ ਤੁਹਾਡੀ ਜਿਹੜੀ ਟਰਮਸ ਆਫ ਟ੍ਰੇਡ ਦੇ ਉੱਤੇ ਉਹਦਾ ਨੈਗੇਟਿਵ ਇੰਪੈਕਟ ਪਏਗਾ। ਪੋਲੀਟੀਕਲ ਰੀਜ਼ਨਸ ਕਰਕੇ ਵੀ ਕਈ ਵਾਰ ਇਹ ਹੁੰਦਾ ਕਿ ਸਾਡੇ ਫੋਰਨ ਕੰਟਰੀਜ਼ ਦੇ ਜਿਹੜੇ ਰਿਲੇਸ਼ਨਸ਼ਿਪ ਆ ਉਹ ਬਹੁਤ ਵਧੀਆ ਨਹੀਂ ਹੁੰਦੇ, ਉਹਦੇ ਨਾਲ ਵੀ ਉਹ ਸ਼ਰਤਾਂ ਕਈ ਵਾਰ ਸਾਡੀਆਂ ਜਿਹੜੀਆਂ ਉਹ ਅਨਫੇਵਰੇਬਲ ਹੋ ਜਾਂਦੀਆਂ। ਉਹ ਸਾਡੇ ਪ੍ਰੋਡਕਟ ਨੂੰ ਜਾਂ ਤਾਂ ਲੈਂਦੇ ਨਹੀਂ ਆ ਜਾਂ ਫਿਰ ਬਹੁਤ ਘੱਟ ਮਾਤਰਾ ਦੇ ਵਿੱਚ ਲੈਂਦੇ ਆ, ਜਾਂ ਉਹਦੇ ਲਈ ਉਹ ਅੱਗੇ ਜਿਹੜੇ ਬੈਰੀਅਰਸ ਵਗੈਰਾ ਲਗਾ ਦੇਣਗੇ, ਉਹਦੇ ਕਰਕੇ ਵੀ ਸਾਡੀਆਂ ਜਿਹੜੀਆਂ ਇਹ ਟਰਮਸ ਆਫ ਟ੍ਰੇਡ ਆ ਅਨਫੇਵਰੇਬਲ ਹੋ ਸਕਦੀਆਂ। ਅਤੇ ਨੈਕਸਟ ਜਿਹੜਾ ਟੋਪਿਕ ਇਹਦੇ ਵਿੱਚ ਅਸੀਂ ਕਰਦਾ ਉਹ ਹੈਗਾ ਪ੍ਰੋਬਲਮਸ ਕੀ ਆਉਂਦੀਆਂ ਜਦੋਂ ਅਸੀਂ ਮੇਜ਼ਰਮੈਂਟ ਕਰਦੇ ਹਾਂ ਟਰਮਸ ਆਫ ਟ੍ਰੇਡ ਦੀ। ਟਰਮਸ ਆਫ ਟ੍ਰੇਡ ਨੂੰ ਜਦੋਂ ਮੇਜਰ ਕਰਿਆ ਜਾਂਦਾ ਅਤੇ ਇਹਦੇ ਵਿੱਚ
ਕਿਹੜੀਆਂ ਸਮੱਸਿਆਵਾਂ ਆਉਂਦੀਆਂ? ਸਭ ਤੋਂ ਪਹਿਲਾਂ ਤਾਂ ਚੇਂਜ ਇਨ ਕੰਪੋਜੀਸ਼ਨ। ਜਦੋਂ ਅਸੀਂ ਇੰਟਰਨੈਸ਼ਨਲ ਟਰੇਡ ਕਰਦੇ ਹਾਂ, ਅਸੀਂ ਕਿਸੇ ਤੋਂ ਇੰਪੋਰਟ ਕਰਦੇ ਪਏ ਹਾਂ, ਕਿਸੇ ਤੋਂ ਐਕਸਪੋਰਟ ਕਰਦੇ ਪਏ ਹਾਂ, ਅਤੇ ਅਸੀਂ ਇੱਕ ਕੰਪੋਜੀਸ਼ਨ ਹੁੰਦੀ ਆ ਵਸਤੂਆਂ ਦੀ, ਇਹ ਕੁਆਲਿਟੀ ਉਹਨਾਂ ਦੀ ਕੰਪੋਜੀਸ਼ਨ ਕੀ ਆ, ਉਹਨਾਂ ਦੇ ਪ੍ਰਵਰਤਨ 'ਤੇ ਧਿਆਨ ਨਹੀਂ ਦਿੱਤਾ ਜਾਂਦਾ, ਜਦ ਕਿ ਉਹ ਬਹੁਤ ਵੱਡੀ ਪ੍ਰੋਬਲਮ ਆ ਜਦੋਂ ਅਸੀਂ ਟਰਮਸ ਆਫ ਟਰੇਡ ਨੂੰ ਮੇਜਰ ਕਰਦੇ ਹਾਂ। ਵੇਟੇਜ ਦੀ ਪ੍ਰੋਬਲਮ ਵੀ ਆਉਂਦੀ ਹੈ ਕਿ ਉਹਨਾਂ ਦਾ ਜੇ ਵੇਟੇਜ ਠੀਕ ਨਹੀਂ ਹੋਏਗੀ ਅੰਤਰਰਾਸ਼ਟਰੀ ਪੱਧਰ 'ਤੇ ਵਪਾਰ ਜਦੋਂ ਹੁੰਦਾ, ਜੇਕਰ ਠੀਕ ਵੇਟੇਜ ਨਹੀਂ ਦਿੱਤੀ ਜਾਏਗੀ ਤਾਂ ਵੀ ਟਰਮਸ ਆਫ ਟਰੇਡ ਨੂੰ ਮੇਜਰ ਕਰਨਾ ਔਖਾ ਹੋ ਜਾਏਗਾ। ਕੀਮਤ ਅਸਪਸ਼ਟਤਾ, ਐਂਬੀਗੁਇਟੀ ਜੇ ਉਹਦੇ ਵਿੱਚ ਪਾਈ ਜਾਏਗੀ ਤਾਂ ਵੀ ਇਹ ਵੱਡੀ ਪ੍ਰੋਬਲਮ ਆ ਟਰਮਸ ਆਫ ਟਰੇਡ ਨੂੰ ਮੇਜਰ ਕਰਨ ਦੇ ਵਿੱਚ। ਸ਼ਾਰਟ ਟਰਮ ਇੰਡੈਕਸ ਜਿਹੜੇ ਹੁੰਦੇ ਆ, ਜਿਹੜੇ ਇਹਨਾਂ ਦੇ ਨਾਲ ਬਿਨਾਂ ਸ਼ੱਕ ਸ਼ੋਰਟ ਟਰਮ ਦੇ ਨਾਲ ਸਾਨੂੰ ਸ਼ੋਰਟ ਟਰਮ ਦੀ ਨੌਲੇਜ ਤਾਂ ਹੁੰਦੀ ਹੈ, ਪਰ ਇਹਦੇ ਨਾਲ ਲੌਂਗ ਪੀਰੀਅਡ ਦੇ ਵਿੱਚ ਜਿਹੜੀਆਂ ਚੇਂਜਸ ਆਉਂਦੀਆਂ ਉਹਨਾਂ ਦੀ ਨੌਲੇਜ ਨਹੀਂ ਹੁੰਦੀ, ਜਦ ਕਿ ਸਾਨੂੰ ਉਹ ਨੌਲੇਜ ਚਾਹੀਦੀ ਹੁੰਦੀ ਹੈ ਟਰਮਸ ਆਫ ਟਰੇਡ ਨੂੰ ਮੇਜਰ ਕਰਦੇ ਟਾਈਮ। ਐਕਸਕਲੂਜ਼ਨ ਆਫ ਆਈਟਮਸ, ਜਦੋਂ ਅਸੀਂ ਇੰਪੋਰਟ ਐਕਸਪੋਰਟ ਕਰਦੇ ਹਾਂ, ਆਪਾਂ ਕਿਹੜੀਆਂ ਆਈਟਮਸ ਨੂੰ ਉਹਦੇ ਵਿੱਚੋਂ ਐਕਸਕਲੂਡ ਕਰਨਾ, ਕਿਹੜੀਆਂ ਆਈਟਮਸ ਨੂੰ ਉਹਦੇ ਵਿੱਚ ਕੈਲਕੂਲੇਟ ਨਹੀਂ ਕਰਨਾ, ਕਿਹਨਾਂ ਦੀ ਉਹਦੇ ਵਿੱਚ ਕਾਊਂਟਿੰਗ ਜਿਹੜੀ ਨਹੀਂ ਪੋਸੀਬਲ, ਉਹ ਜਿਹੜੀ ਕਈ ਵਾਰ ਕਲੀਅਰ ਨਹੀਂ ਹੁੰਦੀ ਅਤੇ ਉਹਨਾਂ ਨੂੰ ਕਈ ਵਾਰ ਇਹਦੇ ਵਿੱਚ ਸ਼ਾਮਲ ਹੀ ਨਹੀਂ ਕੀਤਾ ਜਾਂਦਾ, ਉਹਦੇ ਕਰਕੇ ਵੀ ਟਰਮਸ ਆਫ ਟਰੇਡ ਦੀ ਮੇਜਰਮੈਂਟ ਦੇ ਵਿੱਚ ਪ੍ਰੋਬਲਮ ਆਉਂਦੀ ਹੈ। ਚੇਂਜ ਇਨ ਦੀ ਪ੍ਰੋਡਕਟਿਵ ਐਫੀਸ਼ੀਐਂਸੀ, ਕਈ ਵਾਰ ਪ੍ਰੋਡਕਟਿਵ ਐਫੀਸ਼ੀਐਂਸੀ ਦੇ ਵਿੱਚ ਚੇਂਜ ਆ ਜਾਂਦੀ ਹੈ। ਮੰਨ ਲਓ ਕਿ ਕਿਸੇ ਇੱਕ ਦੇਸ਼ ਦੇ ਵਿੱਚ ਉਹਦੀ ਪ੍ਰੋਡਕਟਿਵ ਐਫੀਸ਼ੀਐਂਸੀ ਵੱਧ ਜਾਂਦੀ ਹੈ, ਜਦੋਂ ਕਿਸੇ ਕੰਟਰੀ ਦੀ ਪ੍ਰੋਡਕਟਿਵ ਐਫੀਸ਼ੀਐਂਸੀ ਵਧੂਗੀ ਤਾਂ ਬਿਨਾਂ ਸ਼ੱਕ ਉਹਦੀ ਕਾਸਟ ਘਟੇਗੀ, ਜਦੋਂ ਉਹਦੀ ਕਾਸਟ ਘਟੇਗੀ ਤਾਂ ਬਿਨਾਂ ਸ਼ੱਕ ਜਿਹੜਾ ਅਸੀਂ ਪ੍ਰੋਡਕਟ ਫੋਰਨ ਕੰਟਰੀ ਨੂੰ ਭੇਜਦੇ ਪਏ ਹਾਂ, ਮੀਨਸ ਐਕਸਪੋਰਟ ਕਰਦੇ ਪਏ ਹਾਂ, ਉਹਦੀ ਕੀਮਤ ਘੱਟ ਜਾਏਗੀ, ਔਰ ਇਹਦੇ ਕਰਕੇ ਤੁਹਾਡੀ ਜਿਹੜੀ ਟਰਮਸ ਆਫ ਟਰੇਡ ਆ ਉਹ ਤੁਹਾਡੇ ਅਨਫੇਵਰੇਬਲ ਹੋ ਜਾਣਗੀਆਂ। ਮੀਨਸ ਜੇ ਦੇਖਿਆ ਜਾਵੇ ਤਾਂ ਵੈਸੇ ਤਾਂ ਵਧੀਆ ਕਿ ਤੁਹਾਡੀ ਪ੍ਰੋਡਕਸ਼ਨ ਕਾਸਟ ਘਟੀ ਆ, ਪਰ ਕਿਉਂਕਿ ਪ੍ਰਾਈਸ ਵੀ ਘਟ ਗਿਆ ਉਹਦੇ ਕਰਕੇ ਜਿਹੜੀ ਟਰਮਸ ਆਫ ਟਰੇਡ ਆ ਉਹ ਅਨਫੇਵਰੇਬਲ ਹੋ ਜਾਣਗੀਆਂ, ਅਤੇ ਇਹਦਾ ਤੁਹਾਡੀ ਇਕਨੋਮਿਕ ਡਿਵੈਲਪਮੈਂਟ ਦੇ ਉੱਤੇ, ਤੁਹਾਡੀ ਇਕਨੋਮਿਕ ਸਿਚੁਏਸ਼ਨਸ ਦੇ ਉੱਤੇ ਅਨਫੇਵਰੇਬਲ ਟਰਮਸ ਆਫ ਟਰੇਡ ਦਾ ਫਿਰ ਇੱਕ ਇਫੈਕਟ ਪਏਗਾ। ਬਟ ਦੇਖਿਆ ਜਾਵੇ ਤਾਂ ਪ੍ਰੋਡਕਟਿਵਿਟੀ ਵਧੀ ਆ ਅਤੇ ਉਹਦੇ ਨਾਲ ਸਾਡੀ ਪ੍ਰੋਡਕਸ਼ਨ ਕਾਸਟ ਘਟੀ ਆ, ਉਹਦੇ ਅਕੋਰਡਿੰਗ ਤਾਂ ਸਾਡੀ ਜਿਹੜੀ ਇਕਨੋਮਿਕ ਸਿਚੁਏਸ਼ਨ ਆ ਉਹਦੇ ਵਿੱਚ ਇੰਪਰੂਵਮੈਂਟ ਹੀ ਆਈ ਹੁੰਦੀ ਹੈ। ਇਸ ਲਈ ਇਹ ਵੀ ਇੱਕ ਪ੍ਰੋਬਲਮ ਆਉਂਦੀ ਹੈ ਕਿ ਕਈ ਵਾਰ ਇੰਪਰੂਵਮੈਂਟ ਜਦੋਂ ਸਾਡੀ ਇਕੋਨਮੀ ਦੇ ਵਿੱਚ ਆਉਂਦੀ ਹੈ, ਸਾਡੀ ਪ੍ਰੋਡਕਸ਼ਨ ਪ੍ਰੋਸੈਸ ਦੇ ਵਿੱਚ ਆਉਂਦੀ ਹੈ, ਜਦੋਂ ਸਾਡੀ ਐਫੀਸ਼ੀਐਂਸੀ ਵੱਧਦੀ ਹੈ ਤਾਂ ਉਹਦੇ ਨਾਲ ਵੀ ਕਈ ਵਾਰ ਸਾਡੇ ਟਰਮਸ ਆਫ ਟਰੇਡ ਅਨਫੇਵਰੇਬਲ ਹੋ ਜਾਂਦੇ ਆ, ਤਾਂ ਉਹਨਾਂ ਨੂੰ ਮੇਜਰ ਕਰਨ ਦੇ ਵਿੱਚ ਕਾਫੀ ਜ਼ਿਆਦਾ ਪ੍ਰੋਬਲਮਸ ਜਿਹੜੀਆਂ ਆਉਂਦੀਆਂ। ਨੈਕਸਟ ਜਿਹੜਾ ਇੱਕ ਪ੍ਰਿੰਸੀਪਲ ਹੈਗਾ ਆ, ਪ੍ਰਿੰਸੀਪਲ ਆਫ ਰੈਸੀਪ੍ਰੋਕਲ ਡਿਮਾਂਡ, ਜਾਂ ਫਿਰ ਇਸ ਨੂੰ ਡੈਰੀਵੇਸ਼ਨ ਆਫ ਆਫਰ ਕਰਵ ਵੀ ਕਿਹਾ ਜਾਂਦਾ, ਅਨਵਰਤੀ ਮੰਗ ਦਾ ਸਿਧਾਂਤ ਵੀ ਕਿਹਾ ਜਾਂਦਾ। ਇਹ ਪ੍ਰੋਫੈਸਰ JS ਮਿਲ ਨੇ ਦਿੱਤਾ ਸੀਗਾ, ਔਰ ਇਹ ਜਿਹੜਾ ਸਿਧਾਂਤ ਆ ਉਹਨਾਂ ਨੇ ਆਪਣੀ ਕਿਤਾਬ ਜਿਹੜੀ ਸੀ ਪ੍ਰਿੰਸੀਪਲਸ ਆਫ ਪੋਲੀਟੀਕਲ ਇਕੋਨਮੀ 1848 ਦੇ ਵਿੱਚ ਆਈ ਸੀ, 1848 ਦੇ ਵਿੱਚ ਉਹਦੇ ਵਿੱਚ ਦਿੱਤਾ। ਔਰ ਇਹਦੇ ਵਿੱਚ ਉਹਨਾਂ ਨੇ ਦੱਸਿਆ ਕਿ ਵਪਾਰ ਦੀਆਂ ਸ਼ਰਤਾਂ ਜਿਹੜੀਆਂ ਕਿਸ ਤਰ੍ਹਾਂ ਨਿਰਧਾਰਤ ਹੁੰਦੀਆਂ, ਔਰ ਵਪਾਰ ਦੀਆਂ ਸ਼ਰਤਾਂ ਜਦੋਂ ਡਿਟਰਮਿਨ ਕੀਤੀਆਂ ਜਾਂਦੀਆਂ ਅਤੇ ਉਸ ਵੇਲੇ ਦੇਸ਼ਾਂ ਦੀ ਜਿਹੜੀ ਰੈਸੀਪ੍ਰੋਕਲ ਡਿਮਾਂਡ ਆ ਉਹਦੇ ਰਾਹੀਂ ਡਿਟਰਮਿਨ ਹੁੰਦੀਆਂ। ਮੰਨ ਲਓ ਵੀ ਦੇਸ਼ A ਦੇਸ਼ B ਦੇਸ਼ ਦੀਆਂ ਵਸਤੂਆਂ ਲਈ ਮੰਗ ਕਰਦਾ ਅਤੇ B A ਦੇਸ਼ ਦੀਆਂ ਵਸਤੂਆਂ ਦੀ ਮੰਗ ਕਰਦਾ, ਅਤੇ ਫਿਰ ਅਸੀਂ ਟਰਮਸ ਆਫ ਟਰੇਡ ਆ ਜਿਹੜੀਆਂ ਉਹ ਡਿਸਾਈਡ ਕਰਦੇ ਹਾਂ। ਔਰ JS ਮਿਲ ਨੇ ਰੈਸੀਪ੍ਰੋਕਲ ਡਿਮਾਂਡ ਦਾ ਇਹ ਪ੍ਰਿੰਸੀਪਲ ਆ ਜਿਹੜਾ, ਇਸ ਨੂੰ ਐਕਸਪਲੇਨ ਕਰਨ ਦੇ ਲਈ ਮਾਰਸ਼ਲ ਅਤੇ ਐਜਵਰਥ ਨੇ ਇੱਕ ਆਫਰ ਕਰਵ ਟੈਕਨੀਕ ਦਿੱਤੀ ਸੀ, ਆਫਰ ਕਰਵ ਟੈਕਨੀਕ ਨੂੰ ਵੀ ਵਰਤਿਆ। ਇਸ ਲਈ ਇਹ ਜਿਹੜਾ ਪ੍ਰਿੰਸੀਪਲ ਹੈ ਇਸ ਨੂੰ ਪ੍ਰਿੰਸੀਪਲ ਆਫ ਰੈਸੀਪ੍ਰੋਕਲ ਡਿਮਾਂਡ, ਜਾਂ ਫਿਰ ਕਿਉਂਕਿ ਮਿਲ ਨੇ JS ਮਿਲ ਨੇ ਇਹਦੇ ਵਿੱਚ ਆਫਰ ਕਰਵ ਯੂਜ਼ ਕੀਤੀ ਆ ਮਾਰਸ਼ਲ ਐਜਵਰਥ ਵਾਲੀ, ਇਸ ਨੂੰ ਆਫਰ ਕਰਵ, ਡੈਰੀਵੇਸ਼ਨ ਆਫ ਆਫਰ ਕਰਵ ਵੀ ਕਿਹਾ ਜਾਂਦਾ। ਔਰ ਇਹ ਜਿਹੜੀ ਥਿਊਰੀ ਹੈ, ਇਹ ਜਿਹੜਾ ਪ੍ਰਿੰਸੀਪਲ ਹੈ ਕੁਛ ਇੱਕ ਮਾਨਤਾਵਾਂ 'ਤੇ ਆਧਾਰਿਤ ਹੈ। ਇਹਦੇ ਵਿੱਚ ਅਜੰਪਸ਼ਨਸ ਦੇ ਵਿੱਚ ਸਭ ਤੋਂ ਪਹਿਲੀ ਅਜੰਪਸ਼ਨ ਤਾਂ ਇਹ ਆ ਕਿ ਦੋ ਦੇਸ਼ਾਂ ਵਾਲਾ ਮਾਡਲ ਅਡਾਪਟ ਕੀਤਾ, ਕਿ ਦੋ ਦੇਸ਼ ਆ ਦੋ ਹੀ ਪ੍ਰੋਡਕਟ ਆ। ਆਪਾਂ ਮੰਨ ਕੇ ਚੱਲਦੇ ਹਾਂ ਕਿ ਸਿਰਫ ਦੋ ਦੇਸ਼ ਆ ਜਿਹੜੇ ਇੰਟਰਨੈਸ਼ਨਲ ਟਰੇਡ ਆਪਸ ਵਿੱਚ ਕਰਦੇ ਪਏ ਆ, ਇੰਪੋਰਟ ਐਕਸਪੋਰਟ ਕਰਦੇ ਪਏ, ਔਰ ਸਿਰਫ ਦੋ ਪ੍ਰੋਡਕਟਸ ਆ ਜਿਨ੍ਹਾਂ ਦਾ ਇੰਪੋਰਟ ਐਕਸਪੋਰਟ ਹੁੰਦਾ ਪਿਆ। ਇਹੀ ਮੰਨ ਕੇ ਚੱਲਦੇ ਹਾਂ ਕਿ ਦੋਨਾਂ ਦੇਸ਼ਾਂ ਦੇ ਵਿੱਚ ਫੁੱਲ ਇੰਪਲਾਈਮੈਂਟ ਆ। ਇਹ ਵੀ ਮੰਨ ਕੇ ਚੱਲਦੇ ਪਏ ਆ ਕਿ ਦੋਨੇ ਦੇਸ਼ ਲਗਭਗ ਸੇਮ ਹੈਗੇ ਆ, ਉਹਨਾਂ ਦੋਨਾਂ ਦੇ ਵਿੱਚ ਪਰਫੈਕਟ ਕੰਪੀਟੀਸ਼ਨ ਪਾਇਆ ਜਾਂਦਾ ਹੈ, ਅਤੇ ਓਪਨ ਇਕੋਨਮੀ ਹੈਗੀ ਆ, ਇੰਟਰਨੈਸ਼ਨਲ ਟਰੇਡ ਹੁੰਦਾ ਪਿਆ। ਜਿਹੜੇ ਫੈਕਟਰਸ ਹੈਗੇ ਆ ਉਹ ਪੂਰੀ ਤਰ੍ਹਾਂ ਇੰਡੀਪੈਂਡੈਂਟ ਹੈਗੇ ਆ ਅਤੇ ਮੋਬਾਈਲ ਹੈਗੇ ਆ। ਔਰ ਉੱਥੇ ਕੰਪੈਰੇਟਿਵ ਕਾਸਟ ਦਾ ਸਿਧਾਂਤ, ਕਿ ਜਿਹੜਾ ਪ੍ਰੋਡਕਟ ਤੁਹਾਡੇ ਸਸਤਾ ਪ੍ਰੋਡਿਊਸ ਹੁੰਦਾ ਪਿਆ ਉਹ ਤੁਸੀਂ ਦੂਸਰੀ ਕੰਟਰੀ ਨੂੰ ਐਕਸਪੋਰਟ ਕਰ ਦੋਗੇ, ਅਤੇ ਜਿਹੜਾ ਤੁਹਾਡੇ ਮਹਿੰਗਾ ਪ੍ਰੋਡਿਊਸ ਹੁੰਦਾ ਪਿਆ ਦੂਸਰੀ ਕੰਟਰੀ ਤੋਂ ਇੰਪੋਰਟ ਕਰ ਲਓਗੇ। ਜਿੱਥੇ ਤੁਹਾਨੂੰ ਕੰਪੈਰੇਟਿਵ ਕਾਸਟ ਥਿਊਰੀ, ਆਪਾਂ ਇੰਟਰਨੈਸ਼ਨਲ ਟਰੇਡ ਦੀ ਕੰਪੈਰੇਟਿਵ ਕਾਸਟ ਤੁਲਨਾਤਮਕ ਲਾਗਤ ਦਾ ਸਿਧਾਂਤ ਕਰ ਵੀ ਚੁੱਕੇ ਹਾਂ ਇੱਕ ਵਾਰ, ਉਹ ਵੀਡੀਓ ਵੀ ਇੱਕ ਵਾਰ ਤੁਸੀਂ ਧਿਆਨ ਨਾਲ ਦੇਖ ਸਕਦੇ ਹੋ, ਦੁਬਾਰਾ ਜਾ ਕੇ ਉਸ ਚੈਪਟਰ ਨੂੰ ਵੀ ਧਿਆਨ ਨਾਲ ਪੜ੍ਹ ਕੇ ਫਿਰ ਇਹ ਕੰਸੈਪਟ ਆਸਾਨੀ ਨਾਲ ਸਮਝ ਆ ਜਾਏਗਾ। ਫਿਰ ਇਸ ਕੰਸੈਪਟ ਨੂੰ ਐਕਸਪਲੇਨ ਕਰਨ ਦੇ ਲਈ ਜਦੋਂ JS ਮਿਲ ਨੇ ਆਫਰ ਕਰਵ ਦੀ ਜਿਹੜੀ ਯੂਜ਼ ਕੀਤੀ ਆ, ਪਰ ਉਹਨੇ ਕੁਝ ਇੱਕ ਵਿਸ਼ੇਸ਼ਤਾਵਾਂ ਲਿਖੀਆਂ। ਸਭ ਤੋਂ ਪਹਿਲਾਂ ਉਹਦੇ ਵਿੱਚ
ਪ੍ਰੋਫੈਸਰ ਜੀ.ਐਸ. ਮਿਲ ਨੇ ਕਿਹਾ ਸੀਗਾ ਕਿ ਜਦੋਂ ਅਸੀਂ ਇੰਪੋਰਟ ਜਾਂ ਐਕਸਪੋਰਟ ਕਰਦੇ ਹਾਂ ਤਾਂ ਸਿਰਫ ਉਹਦੇ ਨਾਲ ਹੀ ਤੁਹਾਡੀ ਟਰਮਸ ਆਫ ਟਰੇਡ ਦੀ ਡਿਟਰਮੀਨੇਸ਼ਨ ਨਹੀਂ ਹੁੰਦੀ। ਟਰਮਸ ਆਫ ਟਰੇਡ ਨੂੰ ਡਿਟਰਮਿਨ ਕਰਨ ਦੇ ਲਈ ਅਸੀਂ ਉਹਨਾਂ ਦੀ ਜਿਹੜੀ ਡਿਮਾਂਡ ਆ ਉਹਦੀ ਡਾਇਰੈਕਸ਼ਨ ਕਿਹੜੀ ਆ ਉਹ ਕਾਫੀ ਇੰਪੋਰਟੈਂਟ ਹੈ। ਔਰ ਇਹਦੇ ਲਈ ਉਹਨਾਂ ਨੇ ਸਭ ਤੋਂ ਪਹਿਲਾਂ ਇਹ ਵਿਸ਼ੇਸ਼ਤਾਵਾਂ ਦਿੱਤੀਆਂ ਆ ਕਿ ਸਭ ਤੋਂ ਪਹਿਲਾਂ ਵਾਰਟਰ ਟਰਮਸ ਆਫ ਟਰੇਡ ਹੁੰਦਾ ਪਿਆ। ਵਾਰਟਰ ਟਰਮਸ ਆਫ ਟਰੇਡ ਦੇ ਵਿੱਚ ਕੀ ਆ ਕਿ ਆਪਾਂ ਜੇ ਤੋਂ ਇੰਪੋਰਟ ਕਰਦੇ ਪਏ ਉਹਨੂੰ ਐਕਸਪੋਰਟ ਕਰਦੇ ਪਏ, ਆਪਾਂ ਇੱਕ ਦੂਸਰੇ ਤੋਂ ਇੰਪੋਰਟ ਐਕਸਪੋਰਟ ਕਰਦੇ ਪਏ ਹਾਂ। ਅਤੇ ਇਹ ਵੀ ਮੰਨ ਕੇ ਚੱਲੇ ਆ, ਇਹ ਵੀ ਇੱਕ ਵਿਸ਼ੇਸ਼ਤਾ ਆ ਕਿ ਜਦੋਂ ਆਪਾਂ ਇਹ ਇੰਟਰਨੈਸ਼ਨਲ ਟਰੇਡ ਕਰਦੇ ਪਏ ਹਾਂ ਅਤੇ ਇਹ ਵੀ ਇੱਕ ਨਿਸ਼ਚਿਤ ਕਰਦੇ ਪਏ ਹਾਂ ਆਪਾਂ ਕਿ ਦੋਨਾਂ ਦੇਸ਼ਾਂ ਨੂੰ ਉਹਦੇ ਵਿੱਚ ਪ੍ਰੋਫਿਟ ਹੁੰਦਾ ਪਿਆ। ਇਹ ਨਹੀਂ ਆ ਕਿ ਸਿਰਫ ਇੱਕ ਨੂੰ ਹੀ ਪ੍ਰੋਫਿਟ ਹੁੰਦਾ ਪਿਆ। ਹੋ ਸਕਦਾ ਦੂਸਰੇ ਦੇਸ਼ ਨੂੰ ਘੱਟ ਪ੍ਰੋਫਿਟ ਹੋਵੇ, ਪਰ ਹੋਵੇਗਾ ਦੋਨਾਂ ਨੂੰ, ਮਤਲਬ ਲਾਭ ਆ ਜਿਹੜਾ ਐਡਵਾਂਟੇਜ ਆ ਉਹ ਦੋਨਾਂ ਦੇਸ਼ਾਂ ਨੂੰ ਮਿਲੇ। ਔਰ ਜਿਹੜੀਆਂ ਇਹ ਟਰਮਸ ਆਫ ਟਰੇਡ ਹੈਗੀਆਂ, ਸ਼ਰਤਾਂ ਜਿਹੜੀਆਂ ਹੈਗੀਆਂ ਵਪਾਰ ਦੀਆਂ, ਇਹ ਉਹਨਾਂ ਦੇ ਆਪਣੇ ਵਿਚਕਾਰ ਡਿਸਾਈਡ ਹੁੰਦੀਆਂ। ਇਹਦੇ ਵਿੱਚ ਕਿਸੇ ਦਾ ਹੋਰ ਕੋਈ ਵੀ ਇਹਦੇ ਵਿੱਚ ਹਿੱਸਾ ਨਹੀਂ ਹੋਏਗਾ। ਔਰ ਇਹ ਜਿਹੜੀਆਂ ਸੀਮਾਵਾਂ ਹੈਗੀਆਂ ਇਹ ਅਨਵਰਤੀ ਮੰਗ, ਜਿਹਨੂੰ ਅਸੀਂ ਰੈਸੀਪ੍ਰੋਕਲ ਡਿਮਾਂਡ ਕਹਿੰਦੇ ਹਾਂ, ਉਹਦੇ ਰਾਹੀਂ ਡਿਸਾਈਡ ਹੁੰਦੀਆਂ ਹੈ। ਔਰ ਮਿਲ ਨੇ ਇਹ ਵੀ ਕਿਹਾ ਸੀਗਾ ਕਿ ਜਿੱਥੇ ਤੁਹਾਡੇ ਇੰਪੋਰਟ ਅਤੇ ਐਕਸਪੋਰਟ ਬਰਾਬਰ ਹੋ ਜਾਣਗੇ ਉਹ ਉੱਥੇ ਇਕੁਲੀਬਰੀਅਮ ਹੋਏਗਾ ਅਤੇ ਉੱਥੇ ਤੁਹਾਡਾ ਜਿਹੜਾ ਇਹ ਟਰਮਸ ਆਫ ਟਰੇਡ ਆ ਉਹ ਡਿਸਾਈਡ ਹੋਣਗੀਆਂ। ਅਤੇ ਇਹਨੂੰ ਐਕਸਪਲੇਨ ਕਰਨ ਦੇ ਲਈ ਉਹਨਾਂ ਨੇ ਉਹੀ ਮਾਡਲ ਜਿਹੜਾ ਲਿਆ 2x2 ਦਾ ਮਾਡਲ ਲਿਆ ਕਿ 2 ਕੰਟਰੀਜ਼ ਹੈਗੀਆਂ ਸਿਰਫ। ਮੰਨ ਲਓ ਅਸੀਂ ਮੰਨ ਕੇ ਚੱਲਦੇ ਹਾਂ ਕਿ ਇੰਡੀਆ ਐਂਡ ਨੇਪਾਲ 2 ਦੇਸ਼ ਹੈਗੇ ਐਂਡ 2 ਹੀ ਪ੍ਰੋਡਕਟ ਜਿਹੜੇ ਆ ਉਹ ਇੰਪੋਰਟ ਐਕਸਪੋਰਟ ਕੀਤੇ ਜਾਂਦੇ ਆ, ਵੀਟ ਐਂਡ ਰਾਈਸ ਮੰਨ ਕੇ ਚੱਲਦੇ ਪਏ ਹਾਂ। ਔਰ ਅਸੀਂ ਮੰਨ ਕੇ ਚੱਲਦੇ ਪਏ ਹਾਂ ਕਿ ਇੰਡੀਆ ਦੇ ਵਿੱਚ ਦੋਨਾਂ ਦੀ ਜਿਹੜੀ ਕਾਸਟ ਹੈਗੀ ਆ, ਪ੍ਰੋਡਕਸ਼ਨ ਕਾਸਟ ਆ, ਉਹ 1:1 ਆ। ਮਤਲਬ ਇੰਡੀਆ ਦੇ ਵਿੱਚ ਵੀਟ ਐਂਡ ਰਾਈਸ ਦੋਨੋਂ ਇੱਕੋ ਹੀ ਰੇਟ 'ਤੇ ਪ੍ਰੋਡਿਊਸ ਹੁੰਦੇ ਪਏ ਆ, ਪਰ ਨੇਪਾਲ ਦੇ ਵਿੱਚ ਦੋਨਾਂ ਦੇ ਵਿੱਚ 1:2 ਦੀ ਰੇਸ਼ੋ ਹੈਗੀ ਹੈ ਕਿ 19 ਕਾਸਟ ਦੇ ਨਾਲ ਇੱਕ ਦੀ 1 ਯੂਨਿਟ ਪ੍ਰੋਡਿਊਸ ਹੁੰਦੀ ਪਈ ਹੈ, ਇੱਕ ਦੀਆਂ 2 ਯੂਨਿਟਸ ਪ੍ਰੋਡਿਊਸ ਹੁੰਦੀਆਂ ਪਈਆਂ। ਅਤੇ ਕਿਉਂਕਿ ਇੰਡੀਆ ਦੇ ਵਿੱਚ ਅਸੀਂ ਮੰਨ ਕੇ ਚੱਲਦੇ ਪਏ ਹਾਂ ਕਿ ਦੋਨਾਂ ਦੀ ਜਿਹੜੀ ਕਾਸਟ ਆ ਉਹ ਸੇਮ ਆਉਂਦੀ ਹੈ, ਦੋਨਾਂ ਦੀ ਕਾਸਟ ਸੇਮ ਹੋਣ ਕਰਕੇ ਇੰਡੀਆ ਨੂੰ ਤਾਂ ਦੋਨਾਂ 'ਚ ਹੀ ਲਾਭ ਹੋਏਗਾ। ਪਰ ਕਿਉਂਕਿ ਨੇਪਾਲ ਦੇ ਵਿੱਚ ਮੰਨ ਕੇ ਚੱਲਦੇ ਪਏ ਹਾਂ ਕਿ ਉਹਨਾਂ ਨੂੰ ਇੱਕ ਦੇ ਵਿੱਚ ਕਾਸਟ ਜ਼ਿਆਦਾ ਆਉਂਦੀ ਪਈ ਹੈ, ਇੱਕ 'ਚ ਘੱਟ ਆਉਂਦੀ ਪਈ ਹੈ। ਇਸ ਲਈ ਨੇਪਾਲ ਦੇ ਪੁਆਇੰਟ ਆਫ ਵਿਊ ਤੋਂ ਦੇਖਾਂਗੇ, ਜਿੱਥੇ ਨੇਪਾਲ ਦੀ ਕਾਸਟ ਘੱਟ ਆਉਂਦੀ ਪਈ ਹੈ ਉਹ ਪ੍ਰੋਡਕਟ ਨੇਪਾਲ ਪ੍ਰੋਡਿਊਸ ਕਰੇਗਾ ਅਤੇ ਦੂਸਰਾ ਪ੍ਰੋਡਕਟ ਇੰਡੀਆ ਪ੍ਰੋਡਿਊਸ ਕਰੇਗਾ। ਇਸ ਲਈ ਇਹਦੇ ਬੇਸ ਦੇ ਉੱਤੇ ਮੰਨ ਕੇ ਚੱਲੇ ਆ ਕਿ ਇੰਡੀਆ ਜਿਹੜਾ ਉਹ ਰਾਈਸ ਪ੍ਰੋਡਿਊਸ ਕਰੇਗਾ ਐਂਡ ਜਿਹੜਾ ਨੇਪਾਲ ਆ ਉਹ ਵੀਟ ਪ੍ਰੋਡਿਊਸ ਕਰੇਗਾ ਅਤੇ ਇੰਡੀਆ ਵੀਟ ਨੂੰ ਇੰਪੋਰਟ ਕਰੇਗਾ ਨੇਪਾਲ ਤੋਂ ਅਤੇ ਰਾਈਸ ਨੂੰ ਐਕਸਪੋਰਟ ਕਰੇਗਾ। ਅਤੇ ਇਹ ਠੀਕ ਉਹੀ ਐਕਸਪਲੇਨੇਸ਼ਨ ਆ। ਇਹਦੇ ਵਿੱਚ ਤੁਸੀਂ ਉਹ ਟੇਬਲ ਜਿਹੜਾ ਅਸੀਂ ਕੰਪੈਰੇਟਿਵ ਕਾਸਟ ਥਿਊਰੀ ਦੇ ਵਿੱਚ ਦਿੱਤਾ ਸੀ ਉਹ ਯੂਜ਼ ਕਰ ਸਕਦੇ ਹੋ। ਮੈਂ ਇੱਥੇ ਦੁਬਾਰਾ ਨਹੀਂ ਦਿੰਦੀ ਪਈ ਕਿਉਂਕਿ ਤੁਹਾਡੇ ਕੋਲ ਹੋਏਗਾ ਅਤੇ ਤੁਸੀਂ ਉਹ ਲੈ ਸਕਦੇ ਹੋ, ਕਿਉਂਕਿ ਇੰਡੀਆ ਦੇ ਨੂੰ ਤਾਂ ਦੋਨਾਂ ਦੇ ਵਿੱਚ ਕੰਪੈਰੇਟਿਵ ਜਿਹੜੀ ਐਡਵਾਂਟੇਜ ਮਿਲਦੇ ਪਏ ਸੀ, ਪਰ ਚਾਈਨਾ ਨੂੰ ਨੇਪਾਲ ਨੂੰ ਇੱਕ ਦੇ ਵਿੱਚ ਕੰਪੈਰੇਟਿਵ ਐਡਵਾਂਟੇਜ ਸੀ। ਇਸ ਲਈ ਨੇਪਾਲ ਜਿਹੜਾ ਉਹ ਬੀਟ ਪ੍ਰੋਡਿਊਸ ਕਰ ਰਿਹਾ ਅਤੇ ਬੀਟ ਨੂੰ ਉਹ ਇੰਡੀਆ ਨੂੰ ਦੇਗਾ ਔਰ ਇੰਡੀਆ ਬੀਟ ਇੰਪੋਰਟ ਕਰੂਗਾ। ਐਂਡ ਕਿਉਂਕਿ ਨੇਪਾਲ ਨੂੰ ਕੰਪੈਰੇਟਿਵ ਐਡਵਾਂਟੇਜ ਜਿਹੜਾ ਰਾਈਸ ਦੇ ਵਿੱਚ ਘੱਟ ਹੁੰਦਾ ਪਿਆ ਸੀ, ਇਸ ਲਈ ਇੰਡੀਆ ਨੇ ਰਾਈਸ ਪ੍ਰੋਡਿਊਸ ਕਰਨਾ ਸ਼ੁਰੂ ਕਰ ਦਿੱਤਾ ਹੈ ਅਤੇ ਇੰਡੀਆ ਰਾਈਸ ਐਕਸਪੋਰਟ ਕਰੇਗਾ ਨੇਪਾਲ ਨੂੰ। ਅਤੇ ਇਸ ਸਾਰੇ ਨੂੰ ਐਕਸਪਲੇਨ ਕਰਨ ਦੇ ਲਈ ਮਾਰਸ਼ਲ ਅਜਵਰਥ ਨੇ ਜਿਹੜਾ ਸਿਧਾਂਤ ਜਿਹੜਾ ਆਫਰ ਕਰਵ ਦਿੱਤਾ ਸੀ ਉਸ ਦੀ ਵਰਤੋਂ ਕੀਤੀ ਗਈ ਹੈ। ਆਫਰ ਕਰਵ ਕੀ ਸ਼ੋ ਕਰਦੀ ਹੁੰਦੀ ਹੈ? ਦ ਆਫਰ ਕਰਵ ਆਫ ਅ ਕੰਟਰੀ ਸ਼ੋਜ਼ ਦੀ ਅਮਾਊਂਟ ਆਫ ਵਨ ਕਮੋਡਿਟੀ which it is willing to offer at various prices for given amount of another commodity। ਮੀਨਸ ਕਿ ਇੱਕ ਕੰਟਰੀ ਆਪਣੀ ਜਿਹੜੀ ਵੀ ਉਹ ਪ੍ਰੋਡਿਊਸ ਕਰਦੀ ਪਈ, ਜਿਸ ਤਰ੍ਹਾਂ ਅਸੀਂ ਮੰਨ ਕੇ ਚੱਲਦੇ ਪਏ ਹਾਂ ਕਿ ਇੰਡੀਆ ਜਿਹੜਾ ਰਾਈਸ ਪ੍ਰੋਡਿਊਸ ਕਰਦਾ ਪਿਆ, ਉਹ ਦੂਸਰੇ ਕੰਟਰੀ ਨੂੰ ਅਲੱਗ-ਅਲੱਗ ਪ੍ਰਾਈਸਿਸ ਦੇ ਉੱਤੇ ਕਿੰਨਾ ਆਫਰ ਕਰੇਗਾ ਅਤੇ ਉਹਦੇ ਬਦਲੇ ਉਹ ਆਪ ਕੀ ਜਿਹੜਾ ਉਹਦੇ ਤੋਂ ਲਏਗਾ। ਇਹਦੇ ਵਿੱਚ ਦੇਖੋ ਇਸ ਟੇਬਲ ਦੇ ਵਿੱਚ ਸ਼ਡਿਊਲ ਦਿੱਤਾ ਗਿਆ। ਇੰਡੀਆ ਐਕਸਪੋਰਟ ਕਰਦਾ ਪਿਆ ਰਾਈਸ ਐਂਡ ਇੰਪੋਰਟ ਕਰਦਾ ਪਿਆ ਵੀਟ ਐਂਡ ਟਰਮਸ ਆਫ ਟਰੇਡ ਹੈਗੀਆਂ 5:1 4:1 3:1 2:1 1:1 ਰੇਸ਼ੋ ਜਿਹੜੀ ਰੇਸ਼ੋ ਦਿੱਤੀ ਗਈ ਹੈ। ਇਹਦੇ ਵਿੱਚ ਇਹ ਆ ਕਿ ਇੰਡੀਆ ਜੇ 50 ਯੂਨਿਟਸ ਜਿਹੜੀਆਂ ਉਹ ਦਿੰਦਾ ਪਿਆ ਤਾਂ ਉਹਦੇ ਬਦਲੇ ਉਹ 10 ਜਿਹੜਾ ਹੈਗਾ ਉਹ ਨੇਪਾਲ ਤੋਂ ਕਣਕ ਦਾ ਲਏਗਾ ਅਤੇ ਕਣਕ ਦਾ ਜੇ ਉਹ 80 ਲੈਂਦਾ ਪਿਆ ਤਾਂ ਉਹਦੇ ਬਦਲੇ ਉਹ 20 ਲੈਂਦਾ ਪਿਆ ਅਤੇ 80 ਜਿਹੜਾ ਰਾਈਸ ਦੇਗਾ। ਜੇ ਉਹ 40 ਲੈਂਦਾ ਪਿਆ ਤਾਂ 120 ਰਾਈਸ ਦੇਗਾ। ਜੇ 75 ਲੈਂਦਾ ਪਿਆ 150 ਰਾਈਸ ਦੇਵੇਗਾ। ਜੇ ਉਹ 200 ਕਣਕ ਦਾ ਇੰਪੋਰਟ ਕਰਦਾ ਪਿਆ ਅਤੇ 200 ਹੀ ਉਹ ਆਪਣੇ ਰਾਈਸ ਦਾ ਜਿਹੜਾ ਉਹ ਐਕਸਪੋਰਟ ਕਰੂਗਾ।
ਤੇ ਇਸ ਲਈ ਜਿਹੜੀ ਰੇਸ਼ੋ ਆ 5:1 4:1 3:1 2:1 ਤੇ 1:1 ਹੈਗੀ ਆ। ਇਟ ਮੀਨਸ ਇੱਥੋਂ ਇਹ ਪਤਾ ਲੱਗਦਾ ਕਿ ਇੰਡੀਆ ਵੀਟ ਦਾ ਹੋਰ ਇੰਪੋਰਟ ਕਰਨ ਦੇ ਲਈ ਜਿਹੜਾ ਰਾਈਸ ਦਾ ਜਿਹੜਾ ਸੈਕਰੀਫਾਈਸ ਕਰਦਾ ਪਿਆ, ਇੱਕ ਤਰ੍ਹਾਂ ਨਾਲ ਕਹ ਲਓ ਜਿਹੜਾ ਰਾਈਸ ਦਾ ਐਕਸਪੋਰਟ ਕਰਦਾ ਪਿਆ ਉਹ ਲਗਾਤਾਰ ਘਟਦੀ ਪਈ ਹੈ ਰੇਸ਼ੋ, ਹੈ ਨਾ। 5:1 4:1 ਮਤਲਬ ਹੋਰ ਲੈਣ ਦੇ ਲਈ ਉਹ ਜਿਹੜਾ ਉਹ ਘਟਾਉਂਦਾ ਪਿਆ। ਤੇ ਇਸ ਨੂੰ ਇੱਕ ਡਾਇਗਰਾਮ ਦੇ ਨਾਲ ਐਕਸਪਲੇਨ ਕੀਤਾ ਜਾ ਸਕਦਾ। OX ਤੇ ਬੀਟ ਹੈ, OY ਤੇ ਰਾਈਸ ਦਿਖਾਈ ਗਈ ਹੈ। ਤੇ ਮੈਕਸਿਮਮ ਤਾਂ ਦੇਖੋ 200 ਦੀ ਹੈ ਕਿ 200 ਇੰਪੋਰਟ ਹੁੰਦਾ ਪਿਆ ਤੇ 200 ਹੀ ਐਕਸਪੋਰਟ ਹੁੰਦਾ ਪਿਆ। ਦੇਖੋ ਰਾਈਸ ਐਂਡ ਵੀਟ ਦੋਨੋਂ 200 ਆ। ਉਹ ਤੋਂ ਬਾਅਦ ਆ ਜਿਹੜੀ ਕਰਵ ਹੈਗੀ ਆ ਇਹ 45 ਡਿਗਰੀ ਦੇ ਅਕੋਰਡਿੰਗ ਜਿਹੜੀ ਆ ਬਣਾਈ ਗਈ ਆ ਕਿ ਆਹ ਕਰਵ ਆ ਕਰਵ ਆ, ਔਰ ਇਹ ਜਿਹੜੀ ਕਰਵ ਈ ਕਰਵ ਆ ਜਿਹੜੀ ਇਹ 45 ਡਿਗਰੀ ਦੇ ਅਕੋਰਡਿੰਗ ਜਿਹੜੀ ਆ ਉਹ ਡਰਾ ਕੀਤੀ ਗਈ ਆ। ਉਸ ਤੋਂ ਬਾਅਦ ਦੇਖੋ ਆ ਜਿਹੜੀ ਇਹ ਕਰਵ ਆ Q1 ਕਰਵ, Q1 ਕਰਵ ਇਜ਼ ਬੇਸਿਕਲੀ ਆਫਰ ਕਰਵ ਆ। ਔਰ ਦੇਖੋ ਇਹਦੇ ਵਿੱਚ ਕੀ ਆ ਕਿ ABCDE 5 ਜਿਹੜੇ ਇਹ ਤੁਹਾਡੇ ਆਫਰ ਜਿਹੜੇ ABCDE 5 ਆਫਰ ਹੈਗੇ ਆ, 5 ਸੈੱਟ ਹੈਗੇ ਆ। ਔਰ ਇਹ ਸਾਰੇ ਜਿਹੜੇ ਪੁਆਇੰਟਸ ਹੈਗੇ ਆ ਇਹ ਅਲੱਗ-ਅਲੱਗ ਸ਼ਰਤਾਂ ਆ ਜਿਹਦੇ ਉੱਤੇ ਨੇਪਾਲ ਤੇ ਇੰਡੀਆ ਜਿਹੜੇ ਆ ਉਹ ਟਰੇਡ ਕਰਨਗੇ। ABCDE ਨੂੰ ਜਦੋਂ ਅਸੀਂ ਕਨੈਕਟ ਕਰ ਦਿੰਦੇ ਹਾਂ ਤੇ Q1 ਜਿਹੜਾ ਸਾਡੇ ਕੋਲ ਆ ਜਾਂਦਾ, ਜਾਂ O1 ਵੀ ਕਹਿ ਸਕਦੇ ਹੋ ਤੁਸੀਂ। ਤੇ ਇਹ ਜਿਹੜਾ ਤੁਹਾਡਾ ਕੀ ਹੈਗਾ ਤੁਹਾਡਾ ਆਫਰ ਕਰਵ ਆ। ਔਰ ਇਹ ਆਫਰ ਕਰਵ ਕੀ ਸ਼ੋ ਕਰਦੀ ਪਈ ਕਿ ਅਲੱਗ-ਅਲੱਗ ਜਿਹੜੀਆਂ ਤੁਹਾਡੀਆਂ ਕੰਡੀਸ਼ਨਸ ਆ, ਅਲੱਗ-ਅਲੱਗ ਜਿਹੜੀਆਂ ਤੁਹਾਡੀਆਂ ਟਰਮਸ ਆਫ ਟਰੇਡ ਆ ਉਹਦੇ ਤੋਂ ਤੁਸੀਂ ਕਿੰਨਾ ਇੰਪੋਰਟ ਤੇ ਐਕਸਪੋਰਟ ਕਰਦੇ ਪਏ। ਤੁਹਾਡੀ ਰੇਸ਼ੋ ਕਦੀ 5:1 ਆ, ਕਦੀ 4:1 ਆ, ਕਦੀ 3:1 ਆ, ਕਦੀ 2:1 ਆ, ਕਦੀ 1:1 ਹੈਗੀ ਆ। ਤੇ ਜਦੋਂ ਤੁਸੀਂ E ਤੇ ਪਹੁੰਚ ਜਾਂਦੇ ਹੋ ਉਸ ਤੋਂ ਬਾਅਦ ਤੁਹਾਡਾ ਜਿਹੜਾ O1 ਆ ਉਹ ਲਗਾਤਾਰ ਉਹਦੀ ਢਲਾਨ ਆ ਜਿਹੜੀ ਉਸ ਤੋਂ ਬਾਅਦ ਉਹ ਜਿਹੜਾ ਉਹ ਥੱਲੇ ਨੂੰ ਆਉਣਾ ਸ਼ੁਰੂ ਹੋ ਗਿਆ। ਦੇਖੋ ਇੱਥੋਂ ਬਾਅਦ ਆ ਹੇਠਾਂ ਨੂੰ ਆਉਣਾ ਸ਼ੁਰੂ ਹੋ ਗਿਆ। ਇਹ ਤੋਂ ਬਾਅਦ ਇਹ ਤੋਂ ਕੀ ਪਤਾ ਲੱਗਦਾ ਪਿਆ ਕਿ ਕਣਕ ਜਿਹੜੀ ਇੰਡੀਆ ਜਿਹੜਾ ਆਪਣੀ ਵੀਟ ਨੂੰ ਐਕਸਪੋਰਟ ਕਰਦਾ ਪਿਆ ਸੀ ਉਹ ਵੀਟ ਨੂੰ ਇੰਪੋਰਟ ਕਰਦਾ ਪਿਆ ਸੀ। ਇੰਡੀਆ ਵੀਟ ਦਾ 200 ਯੂਨਿਟਸ ਤੋਂ ਜ਼ਿਆਦਾ ਇੰਪੋਰਟ ਨਹੀਂ ਕਰਨਾ ਚਾਹੁੰਦਾ। ਤੇ F ਆ ਜਿਹੜਾ F ਤਾਂ ਇਹ ਪ੍ਰੈਕਟ ਕਰਦਾ ਕਿ ਇੰਡੀਆ ਹੈ ਜਿਹੜਾ ਉਹ ਵੱਧ ਤੋਂ ਵੱਧ 200 ਜਿਹੜੀਆਂ ਯੂਨਿਟਸ ਆ ਉਹ ਹੀ ਸਵੀਕਾਰ ਕਰੇਗਾ। ਤੇ ਜਿਹੜਾ ਨੇਪਾਲ ਆ ਉਹ 200 ਜਿਹੜੀਆਂ ਯੂਨਿਟਸ ਜਦੋਂ ਰਾਈਸ ਦੀਆਂ ਹੋ ਜਾਣਗੀਆਂ ਉਹਦੇ 200 ਜਿਹੜੀਆਂ ਯੂਨਿਟਸ ਰਾਈਸ ਦੀਆਂ ਹੈਗੀਆਂ ਉਹ ਤੋਂ ਘੱਟ ਹੋਣਾ ਨੇਪਾਲ ਨੂੰ ਸਵੀਕਾਰ ਹੀ ਨਹੀਂ ਹੈ। ਮਤਲਬ ਇੰਡੀਆ ਤਾਂ 200 ਤੋਂ ਜ਼ਿਆਦਾ ਜਿਹੜੀਆਂ ਯੂਨਿਟਸ ਕਣਕ ਦੀਆਂ ਉਹ ਇੰਪੋਰਟ ਨਹੀਂ ਕਰੂਗਾ ਤੇ ਇੰਡੀਆ 200 ਤੋਂ ਘੱਟ ਜੇ ਕਵੇ ਕਿ ਉਹ ਐਕਸਪੋਰਟ ਕਰੇ ਤਾਂ ਨੇਪਾਲ ਨੂੰ ਉਹ ਜਿਹੜਾ ਆ ਉਹ ਸਵੀਕਾਰ ਨਹੀਂ ਹੋਏਗਾ। ਇਸ ਲਈ ਇਹ ਜਿਹੜੀ ਆਫਰ ਕਰਵ ਆ ਇਹ ਇੱਕ ਨਿਊਨਤਮ ਬਿੰਦੂ ਤੱਕ ਹੀ ਸੰਭਵ ਆ। ਇੱਥੇ ਨਿਊਨਤਮ ਬਿੰਦੂ ਹੈਗਾ ਜਿੱਥੇ ਵਪਾਰ ਦੀਆਂ ਸ਼ਰਤਾਂ ਦੋਨੇ ਕੀ ਹੋ ਜਾਂਦੀਆਂ 1:1 ਕਿ ਤੁਸੀਂ ਉਨਾ ਹੀ ਐਕਸਪੋਰਟ ਕਰਦੇ ਪਏ ਹੋ ਉਨਾ ਹੀ ਇੰਪੋਰਟ ਕਰਦੇ ਪਏ ਹੋ ਤੇ ਉਹ ਤੁਹਾਡਾ ਇਕੁਇਲੀਬਰੀਅਮ ਦਾ ਪੁਆਇੰਟ ਹੋਏਗਾ, ਇਹ ਸੰਤੁਲਨ ਹੋਏਗਾ। ਇਸ ਤਰ੍ਹਾਂ ਜਿਹੜੀ ਉਸ ਤੋਂ ਬਾਅਦ ਤਾਂ ਤੁਹਾਡਾ ਜਿਹੜਾ ਇਰਰੈਲੇਵੈਂਟ ਪੇਜ ਆ ਉਹ ਸ਼ੁਰੂ ਹੋ ਜਾਂਦਾ, ਇਰਰੈਲੇਵੈਂਟ ਪਾਰਟ ਸ਼ੁਰੂ ਹੋ ਜਾਂਦਾ। ਇਸ ਲਈ ਇਸ ਤਰ੍ਹਾਂ ਜਿਹੜੀ ਤੁਹਾਡੀ ਜਿਹੜੀ ਡਿਟਰਮਿਨ ਹੁੰਦੀ ਹੈ ਟਰਮਸ ਆਫ ਟਰੇਡ ਜਿਹੜੀਆਂ ਡਿਟਰਮਿਨ ਹੁੰਦੀਆਂ ਰੈਸੀਪ੍ਰੋਕਲ ਡਿਮਾਂਡ ਦੇ ਵਿੱਚ ਆਫਰ ਕਰਵ ਦੇ ਦੁਆਰਾ JSML ਦਾ ਮੰਨਣਾ ਸੀਗਾ। ਉਸ ਤੋਂ ਬਾਅਦ ਇਹਦੀਆਂ ਆਲੋਚਨਾਵਾਂ ਵੀ ਦਿੱਤੀਆਂ ਕਿ JSML ਨੇ ਜਦੋਂ ਰੈਸੀਪ੍ਰੋਕਲ ਡਿਮਾਂਡ ਨੂੰ ਦਿੱਤਾ ਤੇ ਇਹਦੇ ਵਿੱਚ ਡਿਮਾਂਡ ਤੋਂ ਹੀ ਲਿਆ ਉਹਨਾਂ ਨੇ, ਜਿਹੜੀ ਸਪਲਾਈ ਸਾਈਡ ਸੀ ਉਹਨੂੰ ਪੂਰੀ ਤਰ੍ਹਾਂ ਇਗਨੋਰ ਕੀਤਾ ਤੇ ਸਿਰਫ 2 ਪ੍ਰੋਡਕਟਸ ਨੂੰ ਹੀ ਲਿਆ ਜਦ ਕਿ 2 ਤੋਂ ਜ਼ਿਆਦਾ ਪ੍ਰੋਡਕਟਸ ਦਾ ਇੰਪੋਰਟ ਐਕਸਪੋਰਟ ਹੁੰਦਾ। ਤੇ ਸਿਰਫ ਇਹ ਵੀ ਆ ਕਿ 2 ਕੰਟਰੀਜ਼ ਵੀ ਲਿਆ ਜਿਹੜਾ ਇੰਟਰਨੈਸ਼ਨਲ ਟਰੇਡ ਆ ਮੋਰ ਦੈਨ 2 ਕੰਟਰੀਜ਼ ਦੇ ਵਿੱਚ ਹੁੰਦਾ। ਇਹਦੇ ਕੁਛ ਇੱਕ ਜਿਹੜੇ ਕ੍ਰਿਟਿਸਿਜ਼ਮ ਦੇ ਪੁਆਇੰਟ ਹੈਗੇ ਆ ਤੇ ਇਹਦੇ ਨਾਲ ਸਾਡਾ ਜਿਹੜਾ ਟਰਮਸ ਆਫ ਟਰੇਡ ਦਾ ਕੰਸੈਪਟ ਆ ਇਹ ਵੀ ਕੰਪਲੀਟ ਹੁੰਦਾ। ਨੈਕਸਟ ਟੌਪਿਕ ਆਪਾਂ ਨੈਕਸਟ ਲੈਕਚਰ ਦੇ ਵਿੱਚ ਕਰਾਂਗੇ, ਸ਼ਾਇਦ ਲਾਸਟ ਟੌਪਿਕ ਹੀ ਰਹਿੰਦਾ ਹੈ ਆਪਣਾ। ਤੇ ਉਸ ਤੋਂ ਬਾਅਦ ਫਿਰ ਤੁਹਾਡੇ ਜਿਹੜੇ ਟੈਸਟ ਮੈਂ ਸ਼ੁਰੂ ਕਰਨ ਵਾਲੀ ਹਾਂ। ਹੁਣ ਤੁਸੀਂ ਇਹਨੂੰ ਧਿਆਨ ਨਾਲ ਦੇਖ ਲਓ, ਸਟੱਡੀ ਮਟੀਰੀਅਲ ਵੀ ਮੈਂ ਸੈਂਡ ਕਰ ਦਿੱਤਾ ਹੋਇਆ। ਥੈਂਕ ਯੂ ਸੋ ਮਚ।